ਤੁਹਾਡੇ ਹੁਣੇ ਅਸੀਂ ਕੀਵ ਤੋਂ ਗੱਲ ਕਰਾਈ ਹੈ ਕੁਲਦੀਪ ਹੋਰਾਂ ਨਾਲ। ਤੁਹਾਡੀਆਂ ਕੁਝ ਕਾਲਸ ਆ ਰਹੀ ਹੈ। ਥੈਂਕ ਯੂ ਸੋ ਮਚ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿੱਥੇ ਕਿਤੇ ਵੀ ਕੋਈ ਘਟਨਾ ਵਾਪਰੇ, ਕੋਈ ਵਾਰਦਾਤ ਹੋਏ, ਉੱਥੋਂ ਹੀ ਤੁਹਾਨੂੰ ਅਸੀਂ ਅਸਲੀ ਜਾਣਕਾਰੀ ਲੈ ਕੇ ਦਈਏ। ਤੋ ਲਗਾਤਾਰ ਅਸੀਂ ਕੀਵ ਵੀ, ਯੂਕਰੇਨ 'ਚ ਵੀ ਤੁਹਾਡੀ ਗੱਲਬਾਤ ਕਰਵਾ ਰਹੇ ਹਾਂ। ਆਓ ਥੋੜ੍ਹਾ ਜਿਹਾ ਸਬਜੈਕਟ ਨੂੰ ਬਦਲੀਏ। ਜਿਸ ਤਰ੍ਹਾਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਨਾਉਂਸ ਕੀਤਾ ਸੀ, ਗੱਲਬਾਤ ਕੀਤੀ ਸੀ ਕਿ ਅੱਜ ਅਸੀਂ ਪੰਜਾਬ ਦੇ ਵਿੱਚ ਜਿਹੜੇ NRIs ਨੇ ਉਹਨਾਂ ਦਾ ਕੀ ਯੋਗਦਾਨ ਹੋ ਸਕਦਾ ਹੈ, ਉਹਦੀ ਗੱਲ ਕਰਾਂਗੇ। ਤੇ ਮੇਰੇ ਨਾਲ ਲਾਈਨ ਦੇ ਉੱਤੇ ਨੇ ਪ੍ਰਭਜੋਤ ਸਿੰਘ ਹੋਰੀ, ਸਾਡੇ ਰੈਗੂਲਰਲੀ ਮਹਿਮਾਨ ਹੁੰਦੇ ਆ। ਪ੍ਰਭਜੋਤ ਹੋਰੀ ਬਹੁਤ ਹੀ ਮੰਨੇ ਪ੍ਰਮੰਨੇ ਔਰ ਤਜਰਬੇਕਾਰ ਜਰਨਲਿਸਟ ਨੇ, ਵੈਟਰਨ ਜਰਨਲਿਸਟ ਨੇ, ਬੜੀ ਵੱਡੀ ਮੀਡੀਆ ਪਰਸਨੈਲਿਟੀ ਨੇ। ਔਰ ਮੈਨੂੰ ਖੁਸ਼ੀ ਹੈ ਜੀ ਕਿਉਂਕਿ ਇਹ ਲਗਾਤਾਰ ਲਿਖ ਵੀ ਰਹੇ ਨੇ ਔਰ ਇਹਨਾਂ ਦੇ ਆਰਟੀਕਲ ਲਗਾਤਾਰ ਛਪ ਰਹੇ ਨੇ ਵੱਖ-ਵੱਖ ਅਦਾਰਿਆਂ ਦੇ ਵਿੱਚ, ਅਖਬਾਰਾਂ ਦੇ ਵਿੱਚ, ਪਲੇਟਫਾਰਮਸ। ਅੱਜ ਕੱਲ੍ਹ ਡਿਜੀਟਲ ਪਲੇਟਫਾਰਮ ਬਹੁਤ ਆ ਗਏ ਤੇ ਅਸੀਂ ਰੇਡੀਓ ਤੇ ਵੀ ਇਹਨਾਂ ਨਾਲ ਅਕਸਰ ਗੱਲਬਾਤ ਕਰਦੇ ਰਹਿੰਦੇ ਹਾਂ। ਪ੍ਰਭਜੋਤ ਜੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਤੁਹਾਡੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਪ੍ਰਭਜੋਤ ਹੋਰੀ ਇਲੈਕਸ਼ਨ ਦੇ ਟਾਈਮ ਵੀ ਸਾਡੇ ਕੋਲ ਸਟੂਡੀਓ 'ਚ ਇੱਥੇ ਆਏ ਸੀ ਔਰ ਤੁਸੀਂ ਟੀਵੀ ਤੇ ਇਹਨਾਂ ਨੂੰ ਇਸ ਵੇਲੇ ਦੇਖ ਰਹੇ ਹੋ, ਉਹਨਾਂ ਦੀ ਤਸਵੀਰ, ਔਰ ਰੇਡੀਓ ਤੇ ਤੁਸੀਂ ਆਵਾਜ਼ ਸੁਣ ਰਹੇ ਹੋ। ਪ੍ਰਭਜੋਤ ਜੀ ਅੱਜ ਮੈਂ ਗੱਲ ਕੀਤੀ ਥੋੜੀ ਜੀ ਕੁਝ ਮਿੱਤਰਾਂ ਦੇ ਨਾਲ। ਮੈਨੂੰ ਰਾਤ ਅਸਲ 'ਚ 2-3 ਫੋਨ ਆਏ, ਇੱਥੇ ਕਾਫੀ ਵੱਡੇ ਸਾਡੇ ਬਿਜ਼ਨਸ ਮੈਨ ਨੇ। ਉਹ ਮੈਨੂੰ ਕਹਿਣ ਲੱਗੇ ਕਿ ਅਸੀਂ ਪੁਰਾਣੇ ਸਮਿਆਂ 'ਚ 2-3 ਵਾਰੀ ਟਰਾਈ ਕੀਤੀ ਸੀ ਉੱਥੇ ਇਨਵੈਸਟ ਕਰਨ ਦੀ ਪੰਜਾਬ ਦੇ ਵਿੱਚ। ਉਹ ਕਹਿੰਦੇ ਕਿ ਜਿੰਨੇ ਵਾਰੀ ਵੀ ਟਰਾਈ ਕੀਤੀ ਜਾਂ ਤੇ ਠੱਗੀ ਵੱਜੀ ਜਾਂ ਨਿਰਾਸ਼ਾ ਹੋਈ ਔਰ ਬੜਾ ਹੀ ਸਾਰਾ ਬੈਡ ਐਕਸਪੀਰੀਅੰਸ ਰਿਹਾ। ਤੋ ਮੈਨੂੰ ਫਿਰ ਕਹਿਣ ਲੱਗੇ ਕਿ ਤੁਹਾਡਾ ਕਿਉਂਕਿ ਨੇੜਤਾ ਹੈ ਉੱਥੇ ਐਜ਼ ਅ ਜਰਨਲਿਸਟ, ਤੁਸੀਂ ਭਗਵੰਤ ਮਾਨ ਜਾਂ ਹੋਰ ਮਿਨਿਸਟਰ ਜਾਂ ਜਿਹੜੇ ਜਿੱਤੇ ਹੋਏ MLAs, ਜਿਹੜੀ ਵੀ ਉੱਥੇ ਦੀ ਬਿਊਰੋਕ੍ਰੇਸੀ, ਕਿ ਅਸੀਂ ਦੁਬਾਰਾ ਤੋਂ ਪੰਜਾਬ ਦੇ ਵਿੱਚ ਜਾ ਕੇ ਇਨਵੈਸਟ ਕਰਨ ਲਈ ਤਿਆਰ ਹਾਂ। ਇੱਕ ਤੇ ਮੈਂ ਨਾਮ ਨਹੀਂ ਲੈ ਸਕਦਾ ਰੇਡੀਓ ਤੇ, ਜਿਹੜੇ ਸਾਡੇ ਦੋਸਤ ਨੇ ਕੋਈ, ਉਹਨਾਂ ਦਾ ਬਹੁਤ ਵੱਡਾ ਕਾਰੋਬਾਰ ਹੈ। ਉਹ ਕਹਿੰਦੇ ਜੀ ਮੈਂ 2000 ਤੋਂ 3000 ਨੌਕਰੀਆਂ ਵੀ ਨਾਲ ਉੱਥੇ ਪੈਦਾ ਕਰਾਂਗਾ, ਮੈਂ ਜਿਹੜਾ ਬਿਜ਼ਨਸ ਕਰਨਾ ਚਾਹਨਾ। ਹਾਲਾਂਕਿ ਉਹਨਾਂ ਨਾਲ ਬਹੁਤ ਵੱਡੀ ਠੱਗੀ ਵੱਜੀ, ਉਹ ਬਹੁਤ ਵੱਡੀ ਠੱਗੀ ਸੀ ਔਰ ਉਹ ਸੁਖਬੀਰ ਬਾਦਲ ਤੱਕ ਵੀ ਜਾ ਕੇ ਆਏ ਤੇ ਰਾਤ ਮੇਰੀ ਹਾਫ ਐਨ ਆਵਰ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ। ਤਾਂ ਮੇਰੇ ਮਨ 'ਚ ਇੱਕ ਗੱਲ ਆਈ ਕਿ ਇੱਕ ਸਮਾਂ ਸੀ ਜਦੋਂ ਚਾਈਨਾ ਦੇ ਵਿੱਚ ਬਹੁਤ ਭੁੱਖਮਰੀ ਸੀ, ਚਾਈਨਾ ਦੀ ਆਬਾਦੀ ਇੰਨੀ ਵੱਧ ਗਈ ਸੀ, ਆਬਾਦੀ ਕੰਟਰੋਲ ਨਹੀਂ ਸੀ ਹੋ ਰਹੀ ਔਰ ਇਕਨੋਮੀ ਬਿਲਕੁਲ ਖਸਤਾ ਹਾਲਤ 'ਚ ਆ ਗਈ ਸੀ। ਉਸ ਵੇਲੇ ਚਾਈਨੀਜ਼ ਲੀਡਰਾਂ ਨੇ, ਉਹ ਮੈਂ ਆਰਟੀਕਲ ਪੜ੍ਹਿਆ ਸੀ, ਉਹ ਮੈਂ ਕਿਤੇ ਸੰਭਾਲਿਆ ਵੀ ਹੋਇਆ ਹੈ, ਕਿ ਜਿੰਨੇ ਵੀ ਚਾਈਨੀਜ਼ ਬਾਹਰਲੇ ਮੁਲਕਾਂ 'ਚ ਬਸੇ ਸੀ ਉਹਨਾਂ ਨੂੰ ਇੱਕ ਅਪੀਲ ਭੇਜੀ ਉੱਥੋਂ ਕਿ ਭਾਈ ਤੁਸੀਂ ਬੜੇ ਧਨਾੜ ਹੋ, ਸੰਪੰਨ ਹੋ, ਵੈਲ ਐਸਟੈਬਲਿਸ਼ਡ ਹੋ ਆਪੋ ਆਪਣੇ ਮੁਲਕਾਂ 'ਚ, ਪਰ ਚਾਈਨਾ ਦਾ ਵੀ ਸੋਚੋ, ਆਪਣੀ ਮਾਤ ਭੂਮੀ ਦਾ ਸੋਚੋ। ਔਰ ਉਦੋਂ ਉਹਨਾਂ ਲੋਕਾਂ ਨੇ ਬਹੁਤ ਵੱਡੀ ਇਨਵੈਸਟਮੈਂਟ ਚਾਈਨਾ 'ਚ ਕਰਨੀ ਸ਼ੁਰੂ ਕੀਤੀ। 80-90 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਉਸ ਵੇਲੇ ਬਾਹਰੋਂ ਗਈ, ਜਿਹਨੇ ਚਾਈਨਾ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ। ਉਹ ਗੱਲ ਵੱਖਰੀ ਹੈ ਕਿ ਉੱਥੋਂ ਦੀ ਸਰਕਾਰ ਇੰਨੀ ਸਿਆਣੀ ਨਿਕਲੀ ਕਿ ਉਹਨਾਂ ਨੇ ਉਸ ਪੈਸੇ ਨੂੰ ਇੰਨਾ ਵਧੀਆ ਤਰੀਕੇ ਨਾਲ ਫਿਰ ਜਿਹੜਾ ਉਹ ਮਾਰਕੀਟ ਦੇ ਵਿੱਚ ਘੁਮਾਇਆ, ਵਰਤਿਆ ਕਿ ਹੌਲੀ ਹੌਲੀ ਅੱਜ ਚਾਈਨਾ ਦੁਨੀਆ ਦੀ ਸੁਪਰ ਪਾਵਰ ਬਣ ਗਿਆ। ਪਰ ਜਿਹੜਾ ਜਾਗ ਲੱਗਾ ਉਹ ਉਸ ਪੈਸੇ ਤੋਂ ਲੱਗਾ। ਤੇ ਮੇਰਾ ਇਹ ਵੀ ਮੰਨਣਾ ਹੀ ਹੈ ਕਿ ਜੇ ਆਪਣੀ ਸਿੱਖ ਕਮਿਊਨਿਟੀ ਦੀ ਗੱਲ ਕਰੀਏ, ਪੰਜਾਬੀ ਭਾਈਚਾਰੇ ਦੀ ਗੱਲ ਕਰੀਏ, ਆਪਾਂ ਦੇਖਦੇ ਹੀ ਹਾਂ, ਤੁਸੀਂ ਵੀ ਦੇਖਦੇ ਹੀ ਹੋ ਕਿ ਕੈਨੇਡਾ, ਅਮਰੀਕਾ ਔਰ ਬੜੇ ਹੋਰ ਮੁਲਕਾਂ 'ਚ ਮਤਲਬ ਮਲਟੀ ਮਿਲੀਅਨ ਡਾਲਰ ਦੀਆਂ ਜਾਇਦਾਦਾਂ ਨੇ ਲੋਕਾਂ ਦੀਆਂ, ਬਹੁਤ ਹੀ ਵੱਡੇ ਕਾਰੋਬਾਰ ਨੇ। ਪਿੱਛੇ ਦਿਲ ਧੜਕਦਾ ਪੰਜਾਬ ਵਾਸਤੇ ਉਹਨਾਂ ਦਾ, ਚਾਹੁੰਦੇ ਹੋ ਪੰਜਾਬ ਦੀ ਸੁੱਖ ਮੰਗਦੇ ਆ, ਪਰ ਜਿਹੜਾ ਵਿਸ਼ਵਾਸ ਪਿਛਲੀਆਂ ਸਰਕਾਰਾਂ ਨੇ ਗਵਾ ਲਿਆ ਸੀ, ਜਿਸ ਕਰਕੇ ਉਹ ਨਿਰਾਸ਼ ਹੋ ਗਏ ਸੀ ਤੇ ਉਲਟਾ ਸ਼ੁਰੂ ਹੋ ਗਿਆ ਸੀ ਕਿ 15, 18, 20, 25, 30 ਹਜ਼ਾਰ ਕਰੋੜ ਰੁਪਈਆ, ਛੋਟਾ ਮੋਟਾ ਨਹੀਂ ਜੀ ਮੈਂ ਕਹਿ ਰਿਹਾ, ਮੈਂ ਜ਼ਿੰਮੇਵਾਰੀ ਨਾਲ ਸਟੇਟਮੈਂਟ ਦੇ ਰਿਹਾ ਕਿ 25,000, 28,000, 30,000 ਕਰੋੜ ਰੁਪਈਆ ਪੰਜਾਬ ਤੋਂ ਇੱਥੇ ਉਲਟਾ ਕੈਨੇਡਾ 'ਚ ਆ ਰਿਹਾ, ਹਰ ਸਾਲ ਇਨਵੈਸਟ ਹੋ ਰਿਹਾ। ਬੱਚੇ ਜਿਹੜੇ ਯੂਥ ਵਰਕਫੋਰਸ ਜਿਹੜੀ ਉੱਥੋਂ ਦੀ, ਉਹ ਸਭ ਛੱਡ ਕੇ ਤੇ ਇੱਕ ਐਸਾ ਸਿਸਟਮ ਬਣ ਸਕਦਾ ਹੈ। ਇੱਕ ਐਸਾ ਸਮਾਂ ਆ ਗਿਆ ਜੇ ਸਰਕਾਰ ਨਵੀਂ ਚਾਹੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿੱਲਤ ਤੇ ਹੈ ਇਸ ਵੇਲੇ ਪੈਸੇ ਦੀ, ਖਜ਼ਾਨਾ ਖਾਲੀ ਹੈ, ਸੈਂਟਰ ਤੋਂ ਮਿਲੇਗਾ ਕਿ ਨਹੀਂ ਮਿਲੇਗਾ ਪਤਾ ਨਹੀਂ। ਪਰ ਪ੍ਰਭਜੋਤ ਜੀ NRIs ਬਹੁਤ ਵੱਡਾ ਰੋਲ ਪਲੇ ਨਾ ਸਿਰਫ ਬਿਜ਼ਨਸ ਕਰਨਾ ਚਾਹੁੰਦੇ ਆ, ਕਰ ਸਕਦੇ ਆ, ਬਲਕਿ ਪਿੰਡਾਂ ਦੀਆਂ ਗਲੀਆਂ ਨਾਲੀਆਂ, ਆਪੋ ਆਪਣੇ ਪਿੰਡਾਂ ਨੂੰ, ਉਹਨਾਂ ਦੇ ਸਕੂਲਾਂ ਨੂੰ ਬਹੁਤ ਕੁਝ ਅਡਾਪਟ ਕਰ ਸਕਦੇ ਆ, ਜਿਹੜੀ ਕਿ ਬਹੁਤ ਵੱਡੀ ਰਕਮ ਨਹੀਂ ਹੈ ਉਹਨਾਂ ਲਈ। ਕਿਸੇ ਪਿੰਡ ਨੂੰ ਲੱਖ, 2 ਲੱਖ, 3, 4, 5 ਲੱਖ ਰੁਪਇਆ ਦੇ ਦਿਓ,
ਉਹ ਉਹਨਾਂ ਲਈ ਬੜੀ ਵੱਡੀ ਰਾਹਤ ਹੈ। ਇੱਥੇ ਪੰਜਾਬੀਆਂ ਲਈ ਕੋਈ ਏਡੀ ਵੱਡੀ ਰਕਮ ਨਹੀਂ ਆਏ, ਬਸ਼ਰਤੇ ਹੈ ਕਿ ਉਹਨਾਂ ਨੂੰ ਆਦਰ ਸਨਮਾਨ ਮਿਲੇ, ਸਰਕਾਰ ਉਹਨਾਂ ਨੂੰ ਯਕੀਨ ਦਿਵਾਵੇ ਕਿ ਉਹਨਾਂ ਦਾ ਪੈਸਾ ਸਹੀ ਥਾਂ ਤੇ ਲੱਗੇਗਾ, ਬੰਦਾ ਮਾਨ ਸਨਮਾਨ ਦੇਵੇ, ਉਹਨਾਂ ਨੂੰ ਮੁੜ ਤੋਂ ਅਟਰੈਕਟ ਕਰੇ ਪੰਜਾਬ ਵਾਲੇ ਪਾਸੇ ਨੂੰ। ਜੀ ਬਿਲਕੁਲ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਬਿਲਕੁਲ ਦੁਰਸਤ ਹੈ, ਕਿਉਂਕਿ ਜਿਹੜਾ ਤਾਂ ਹੈਗਾ ਇਹ ਪ੍ਰੋਗਰਾਮ ਪਿੰਡਾਂ ਵਿੱਚ ਸੜਕਾਂ, ਸੋਲਰ ਲਾਈਟ ਲਾਉਣੀਆਂ, ਸੜਕਾਂ ਪੱਕੀਆਂ ਕਰਨੀਆਂ, ਨਾਲੀਆਂ ਬਣਾਉਣੀਆਂ, ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣੇ, ਸਕੂਲ ਵੀ ਇਹਦੇ ਵਿੱਚ ਆ ਜਾਂਦੇ ਆ, ਛੋਟੀ ਛੋਟੀ ਡਿਸਪੈਂਸਰੀਆਂ ਵੀ ਆ ਸਕਦੀਆਂ। ਬਹੁਤ ਸਾਰੇ ਸਕੂਲਾਂ ਵਿੱਚ ਕੰਪਿਊਟਰ ਆਉਣੇ, ਕੰਪਿਊਟਰ ਲੈਬਸ ਬਣਾਉਣੀਆਂ, ਲਾਇਬ੍ਰੇਰੀ ਬਣਾਉਣੀਆਂ, ਵਿਲੇਜ ਜਿਹੜੇ ਪੌਂਡ ਹੁੰਦੇ ਨੇ, ਛੱਪੜ ਹੁੰਦਾ ਉਹਨੂੰ ਸਾਫ਼ ਕਰਨਾ, ਉਹਦੇ ਵਿੱਚ ਫਿਸ਼ਰੀ ਜਾਂ ਹੋਰ ਚੀਜ਼ਾਂ ਇੰਟਰੋਡਿਊਸ ਕਰਨੀਆਂ। ਇਹ ਸਾਰੀਆਂ ਚੀਜ਼ਾਂ ਕੁਝ ਪਿੰਡਾਂ ਵਿੱਚ ਬਹੁਤ ਚਿਰ ਤੋਂ ਚੱਲ ਰਹੀਆਂ ਨੇ। ਇੱਕ ਵੈਨਕੂਵਰ ਤੋਂ ਡਾਕਟਰ ਗਿੱਲ ਨੇ, ਉਹ ਹਿੰਦੁਸਤਾਨ 'ਚ ਉਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਸੀ, ਉਹਨੂੰ ਕਹਿੰਦੇ ਸੀ VIP ਪ੍ਰੋਗਰਾਮ, ਵਿਲੇਜ ਲਾਈਫ ਇੰਪਰੂਵਮੈਂਟ ਪ੍ਰੋਗਰਾਮ। ਉਹਦੇ ਵਿੱਚ ਇਹ ਹੁੰਦਾ ਸੀ ਕਿ ਬਾਹਰੋਂ NRI ਆਪਣਾ ਪੈਸਾ, ਬਹੁਤ ਸਾਰੇ ਪਿੰਡ ਦੁਆਬੇ ਦੇ ਜੇ ਤੁਸੀਂ ਦੇਖੋ ਤਾਂ ਉੱਥੇ ਕਾਫੀ, ਈਵਨ ਪ੍ਰੈਜ਼ੀਡੈਂਟ ਅਬਦੁਲ ਕਲਾਮ ਵੀ ਉਹਨਾਂ ਪਿੰਡਾਂ ਵਿੱਚ ਜਾ ਕੇ ਗਏ ਤੇ ਬੜੇ ਇੰਪ੍ਰੈਸ ਹੋਏ ਕਿ ਇੰਨਾ ਵਧੀਆ ਕੰਮ ਇਹਨਾਂ VIP ਪ੍ਰੋਗਰਾਮ ਦੇ ਅੰਡਰ ਹੋਇਆ। ਉਹਦੇ 'ਚ ਕੀ ਸੀਗਾ ਕਿ ਜ਼ਿਆਦਾ ਤਾਂ ਪੈਸੇ NRI ਆਪਣੇ ਲਾਉਂਦੇ ਸੀ, ਪਰ ਉਹਦੇ 'ਚ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਉਹਦੇ ਵਿੱਚ ਆਪਣੀ ਪਾਰਟਨਰਸ਼ਿਪ ਸ਼ੋਅ ਕਰਾਂਗੇ ਤੇ ਜਿੰਨੇ ਤੁਸੀਂ ਪੈਸੇ ਲਾਓਗੇ ਉਹਨੇ ਪੈਸੇ ਅਸੀਂ ਲਾਵਾਂਗੇ, ਵੀ 25% ਤੋਂ ਲੈ ਕੇ 50% ਗਵਰਨਮੈਂਟ ਨੇ ਦੇਣਾ ਪ੍ਰੋਮਿਸ ਕੀਤਾ ਸੀ। ਲੇਕਿਨ ਬਹੁਤ ਸਾਰੇ ਕੇਸਾਂ ਵਿੱਚ ਗਵਰਨਮੈਂਟ ਤੋਂ ਪੈਸੇ ਨਹੀਂ ਮਿਲੇ ਤਾਂ NRI ਨੇ ਆਪਣੇ ਹੀ ਪੈਸਿਆਂ ਨਾਲ ਉਹ ਜਿਹੜੇ ਪ੍ਰੋਗਰਾਮ ਸੀ ਪਿੰਡਾਂ ਵਿੱਚ ਸਫਾਈ ਦੇ, ਸੈਨੀਟੇਸ਼ਨ ਦੇ, ਸਕੂਲਾਂ ਨੂੰ ਇੰਪਰੂਵਮੈਂਟ, ਹਸਪਤਾਲਾਂ ਵਿੱਚ ਇੰਪਰੂਵਮੈਂਟ, ਬੇਸਿਕ ਇਨਫਰਾਸਟ੍ਰਕਚਰ ਲਿਆਉਣਾ, ਲਾਇਬ੍ਰੇਰੀਆਂ ਬਣਾਉਣੀਆਂ, ਸਕੂਲਾਂ 'ਚ ਕਮਰੇ ਬਿਲਡਿੰਗਾਂ 'ਚ ਐਡ ਕਰਨੇ। ਸੋ ਸੜਕਾਂ ਸਾਰੀਆਂ ਗਲੀਆਂ ਪੱਕੀਆਂ ਕਰਨੀਆਂ, ਕੰਕਰੀਟ ਦੇ ਬਣਾ ਦਿੱਤੀਆਂ, ਸੋਲਰ ਲਾਈਟਸ ਲਗਾ ਦਿੱਤੀਆਂ, ਔਰ ਵਿਲੇਜ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਤੇ, ਜਿਹੜਾ ਪਿੰਡ ਦਾ ਸਾਰਾ ਪਾਣੀ ਗੰਦਾ ਨਿਕਲਦਾ ਸੀ ਉਹਨੂੰ ਸਾਫ਼ ਕਰਕੇ ਫਿਰ ਰੀਸਾਈਕਲ ਕਰਨਾ। ਸੋ ਬਹੁਤ ਸਾਰੇ ਪਿੰਡਾਂ ਵਿੱਚ ਇਹ ਕੰਮ ਚੱਲਿਆ, ਦੁਆਬੇ ਵਿੱਚ ਖਾਸ ਕਰਕੇ ਕੋਈ ਕਮ ਸੇ ਕਮ 200 ਪਿੰਡਾਂ ਵਿੱਚ ਇਹ ਕੰਮ ਹੋਇਆ, ਔਰ ਫਿਰ ਇਹ ਮਾਲਵੇ ਵਿੱਚ ਵੀ ਫੈਲਿਆ। ਜਿਹੜੇ ਅਮਰੀਕਾ ਵਿੱਚ ਡਾਕਟਰ ਮਰਵਾਹਾ ਨੇ, ਉਹਨਾਂ ਨੇ ਆਪਣੇ ਇਲਾਕੇ ਵਿੱਚ ਵੀ ਸ਼ੁਰੂ ਕੀਤਾ। ਸੋ ਇਹ ਪ੍ਰੋਗਰਾਮ ਕਿਤੇ ਨਾ ਕਿਤੇ ਆਖਿਰਕਾਰ ਸਰਕਾਰ ਦੀ ਜਿਹੜੀ ਰੈਡ ਟੇਪਿਜ਼ਮ ਉਹਦੀ ਭੇਂਟ ਚੜ ਜਾਂਦੇ ਨੇ ਤੇ ਪ੍ਰੋਗਰਾਮ, ਬਹੁਤ ਸਾਰੇ ਪ੍ਰੋਗਰਾਮ ਚਲਦੇ ਬੰਦ ਹੋ ਗਏ ਨੇ। ਔਰ ਜਿਹੜੀ ਗੱਲ ਤੁਸੀਂ ਇਨਵੈਸਟਮੈਂਟ ਦੀ ਕਰਦੇ ਹੋ, ਉਹ ਸਿਕਿਉਰਿਟੀ ਸੇਫਟੀ ਇਸ ਕਰਕੇ ਨਹੀਂ ਹੁੰਦੀ ਕਿ ਬਹੁਤ ਸਾਰੇ ਲੋਕ ਉੱਥੋਂ ਦੇ ਆਪਣੇ ਹੀ ਰਿਸ਼ਤੇਦਾਰ, ਆਪਣੇ ਹੀ ਭੈਣ ਭਰਾ ਉਹ ਉੱਥੇ ਗ੍ਰੈਬ ਕਰਨ ਦੀ ਕੋਸ਼ਿਸ਼ ਕਰਦੇ ਨੇ, ਔਰ ਬਹੁਤ ਸਾਰੇ ਕੇਸਾਂ ਵਿੱਚ ਲੋਕਲ ਏਦਾਂ ਦੇ ਕੇਸ ਬਣਵਾ ਦਿੰਦੇ ਨੇ ਕਿ ਬੰਦਾ ਨੂੰ ਭਜਣਾ ਪੈਂਦਾ, ਉਸ ਤੋਂ ਬਾਅਦ ਉਹ ਵਾਪਸ ਬਾਰ-ਬਾਰ ਨਹੀਂ ਆ ਸਕਦਾ ਤੇ ਉਹਨੂੰ PO ਡਿਕਲੇਅਰ ਕਰ ਦਿੰਦੇ ਨੇ ਤਾਂ ਜੋ ਵਾਪਸ ਨਾ ਆ ਸਕੇ। ਹਜ਼ਾਰਾਂ ਕੇਸ ਨੇ ਜਿਹੜੇ ਕਿ ਲੋਕ ਜਿਨ੍ਹਾਂ ਦੇ ਛੋਟਾ ਮੋਟਾ ਲੜਾਈ ਝਗੜਾ ਹੋਇਆ, ਆਪਣੇ ਆਪਸੀ ਭਰਾ ਭੈਣ ਦਾ ਆਪਣੇ ਰਿਸ਼ਤੇਦਾਰੀ ਵਿੱਚ ਕੇਸ ਬਣ ਗਿਆ 60-52 ਦਾ ਜਿਹਨੂੰ ਕਹਿੰਦੇ ਨੇ, ਉਸ ਤੋਂ ਬਾਅਦ ਇੱਕ ਵਾਰ ਬੇਲ ਹੋ ਗਈ, ਮੁੜ ਕੇ ਡੇਟ ਪਾ ਦਿੰਦੇ ਨੇ 3 ਮਹੀਨਿਆਂ ਦੀ ਜਾਂ 6 ਮਹੀਨਿਆਂ ਦੀ। ਹੁਣ 6 ਮਹੀਨਿਆਂ ਬਾਅਦ ਤਾਂ ਬੰਦੇ ਵਾਪਸ ਨਹੀਂ ਜਾ ਸਕਦੇ ਕੈਨੇਡਾ ਤੋਂ, ਅਮਰੀਕਾ ਤੋਂ ਜਾਂ ਆਸਟ੍ਰੇਲੀਆ ਤੋਂ। ਸੋ ਉਹ ਅਲਟੀਮੇਟਲੀ 2 ਵਾਰੀ 3 ਵਾਰੀ ਜੰਪ ਕਰਦੇ ਨੇ, ਨਹੀਂ ਜਾਂਦੇ ਡੇਟ ਤੇ ਤਾਂ ਉਹਨਾਂ ਨੂੰ ਪ੍ਰੋਕਲੇਮ ਡਿਫੈਂਡਰ ਡਿਕਲੇਅਰ ਕਰ ਦਿੰਦੇ ਨੇ। ਸੋ ਇਸ ਤਰ੍ਹਾਂ ਦੇ ਜਿਹੜੇ ਹੱਥਕੰਡੇ ਵਰਤੇ ਗਏ ਨੇ, ਉਹਨਾਂ ਨੇ ਕਾਫੀ NRI ਨੂੰ ਡਿਸਕਰੇਜ ਕੀਤਾ ਕਿ ਉੱਥੇ ਉਹ ਇਨਵੈਸਟਮੈਂਟ ਨਾ ਕਰਨ। ਉਹਦੇ ਨਾਲ ਬਹੁਤ ਨੁਕਸਾਨ ਹੋਇਆ ਪੰਜਾਬ ਦਾ। ਲੇਕਿਨ ਕੁਝ NRI ਨੇ ਫਿਰ ਵੀ ਇਨਵੈਸਟਮੈਂਟ ਕੀਤੀ ਹੈ, ਐਜੂਕੇਸ਼ਨ 'ਚ ਕੀਤੀ ਹੈ, ਕੁਝ ਹੈਲਥ ਕੇਅਰ 'ਚ ਕੀਤੀ ਹੈ, ਕੁਝ ਨੇ ਆਪਣੇ ਇੰਸਟੀਟਿਊਟ ਵੀ ਖੋਲੇ ਨੇ। ਸੋ ਇਹ ਸਾਰੇ ਕੰਮਾਂ ਵਿੱਚ ਜਿਨ੍ਹਾਂ ਦੇ ਆਪਣੇ ਘਰ ਦੇ ਕੁਝ ਲੋਕ ਨੇ ਜਾਂ ਆਪਣੇ ਟਰਸਟਵਰਦੀ ਲੋਕ ਨੇ ਉੱਥੇ ਬੈਕ ਹੋਮ, ਉਹਨਾਂ ਦੀ ਹੈਲਪ ਨਾਲ ਜਿਨ੍ਹਾਂ ਨੇ ਸ਼ੁਰੂ ਕੀਤਾ ਉਹਨਾਂ ਨੂੰ ਤਾਂ ਸਫਲਤਾ ਮਿਲੀ ਹੈ। ਲੇਕਿਨ ਬਹੁਤ ਸਾਰੇ ਇਦਾਂ ਦੇ ਵੀ ਪ੍ਰੋਜੈਕਟ ਹੈਗੇ ਨੇ ਜਿਨ੍ਹਾਂ ਵਿੱਚ NRI ਹੋਰਾਂ ਲੋਕਾਂ ਨਾਲ ਮਿਲ ਕੇ, ਬਾਹਰਲੇ ਆਊਟਸਾਈਡ ਪੰਜਾਬ ਤੋਂ ਮਿਲ ਕੇ ਇਕੱਠੇ ਜੁਆਇੰਟ ਵੈਂਚਰ ਬਣਾ ਕੇ ਵੀ ਇਨਵੈਸਟ ਕਰ ਸਕਦੇ ਨੇ, ਜਿਹੜੇ ਖਾਸ ਕਰਕੇ ਮੈਡੀਕਲ, ਹੈਲਥ ਕੇਅਰ ਔਰ ਐਜੂਕੇਸ਼ਨ ਵਿੱਚ ਇਹਨਾਂ ਵਿੱਚ ਬਹੁਤ ਸਕੋਪ ਆ। ਪਲੱਸ ਇਮੀਗ੍ਰੇਸ਼ਨ ਵਿੱਚ ਜਿਹੜੇ ਸਕਿਲਡ ਵਰਕਰ ਜਿਹੜੇ ਚਾਹੀਦੇ ਨੇ, ਜਿਵੇਂ ਨਰਸਾਂ ਚਾਹੀਦੀਆਂ ਨੇ, ਕੇਅਰ ਟੇਕਰ ਚਾਹੀਦੇ ਨੇ, ਚਾਈਲਡ ਕੇਅਰ ਵਾਲੇ ਬੰਦੇ ਚਾਹੀਦੇ ਨੇ, ਉਹਨਾਂ ਦੀ ਉੱਥੇ ਟ੍ਰੇਨਿੰਗ ਕਰਕੇ ਉਹਨਾਂ ਨੂੰ ਉੱਥੋਂ ਹੀ ਫੈਸਿਲਿਟੇਟ ਕਰਕੇ ਇੱਥੇ ਲਿਆਉਂਦੇ ਨੇ ਇਮੀਗ੍ਰੈਂਟ ਬਣਾ ਕੇ। ਉਹ ਵੀ ਇੱਕ ਬੜਾ ਏਰੀਆ ਹੈਗਾ ਸਕੋਪ ਜਿਹਦੇ ਵਿੱਚ ਕਾਫੀ ਕੰਮ ਹੋ ਸਕਦਾ ਔਰ ਹੋ ਰਿਹਾ। ਸੋ ਇਨਵੈਸਟਮੈਂਟ ਦੇ ਅਪਰਚੁਨਿਟੀਜ਼ ਬਹੁਤ ਨੇ। ਹੁਣ ਨਵੀਂ ਸਰਕਾਰ ਆਈ ਹੈ ਤਾਂ ਉਮੀਦ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਪਹਿਲੀਆਂ ਰੈਡ ਟੇਪਿਜ਼ਮ ਦੀਆਂ ਸੀ ਜਾਂ ਹੋਰ ਮੁਸ਼ਕਿਲਾਂ ਆਉਂਦੀਆਂ ਸੀ ਜਾਂ ਜਿਹੜੀਆਂ ਸਿਕਿਉਰਿਟੀ ਜਿਹੜੀ ਸੀ ਇਨਵੈਸਟਮੈਂਟ ਦੀ ਉਹ ਨਹੀਂ ਮਿਲ ਰਹੀ ਸੀ, ਇੱਕੋ ਹੀ ਚੀਜ਼ NRI ਭਾਲਦੇ ਨੇ ਕਿ ਉਹਨਾਂ ਦੀ ਇਨਵੈਸਟਮੈਂਟ ਸਿਕਿਉਰ ਰਵੇ, ਜਿਹੜੀ ਨੂੰ ਸਿਕਿਉਰ ਰਵੇ। ਉਹ ਸਿਕਿਉਰਿਟੀ ਦਾ ਇੱਕ ਐਗਰੀਮੈਂਟ ਇੰਡੀਆ ਤੇ ਕੈਨੇਡਾ ਦਾ ਹੋਣਾ ਸੀ ਜਿਹੜਾ ਕਿ ਬਹੁਤ ਦੇਰ ਤੋਂ ਪੈਂਡਿੰਗ ਪਿਆ। ਉਹ ਹਲੇ ਤੱਕ ਉਹ ਐਗਰੀਮੈਂਟ ਜਿਹੜਾ ਸੀ ਫ੍ਰੀ ਟ੍ਰੇਡ ਐਗਰੀਮੈਂਟ ਇੰਡੀਆ ਔਰ ਕੈਨੇਡਾ ਦਾ, ਉਹ ਹਲੇ ਵੀ ਪੈਂਡਿੰਗ ਹੈ, ਉਹ ਕਲੀਅਰ ਨਹੀਂ ਹੋਇਆ।
ਸੋ ਉਹ ਜੇ ਸਾਰੇ ਪਾਸੋਂ ਪ੍ਰੈਸ਼ਰ ਪਵੇ ਇੰਡੀਅਨ ਇਨ ਕੈਨੇਡਾ ਤੇ ਪੰਜਾਬੀ ਇਨ ਪੰਜਾਬ ਪ੍ਰੈਸ਼ਰ ਪਾਉਣ ਤੇ ਉਹ ਐਗਰੀਮੈਂਟ ਜੇ ਸਿਰੇ ਚੜ ਜਾਵੇ ਤੇ ਜਿਹਦੇ ਵਿੱਚ ਇਨਵੈਸਟਰ ਦੀ ਜਿਹੜੀ ਇਨਵੈਸਟਮੈਂਟ ਆ ਉਹ ਸਿਕਿਉਰ ਹੋ ਜਾਵੇ ਤਾਂ ਫਿਰ ਮੇਰਾ ਖਿਆਲ ਹੈ ਜਿਵੇਂ ਕੇਰਲ 'ਚ ਹੋਇਆ, ਕੇਰਲ ਵਿੱਚ NRI ਨੇ ਜੋ ਕੰਮ ਕੀਤਾ ਉਹ ਸ਼ਾਇਦ ਇੱਕ ਸਲਾਹਣਯੋਗ ਹੈ। ਬਹੁਤ ਇਨਵੈਸਟਮੈਂਟ ਕੀਤੀ, ਉਹਨਾਂ ਨੇ ਹੋਟਲ ਬਣਾਏ ਨੇ, ਉਹਨਾਂ ਨੇ ਸਕੂਲ ਬਣਾਏ ਨੇ, ਕਾਲਜ ਬਣਾਏ ਨੇ ਔਰ ਸੜਕਾਂ ਬਣਾਈਆਂ ਨੇ, ਪੁਲ ਬਣਾਏ ਨੇ, ਬਹੁਤ ਕੁਝ ਕੀਤਾ ਔਰ ਕਾਫੀ ਵਧੀਆ ਢੰਗ ਨਾਲ ਕੀਤਾ ਔਰ ਉਹਨਾਂ ਦੀ ਇਨਵੈਸਟਮੈਂਟ ਸੇਫ ਐਂਡ ਸਿਕਿਉਰ ਹੈ ਔਰ ਉਹਨਾਂ ਦੀ ਰਿਟਰਨ ਉਹਨਾਂ ਨੂੰ ਚੰਗੀ ਮਿਲ ਰਹੀ ਹੈ ਤੇ ਉੱਥੇ ਉਹਨਾਂ ਨੇ ਇੰਪਲੋਇਮੈਂਟ ਵੀ ਬਹੁਤ ਜਨਰੇਟ ਕੀਤੀ ਹੈ। ਤੋ ਜੇ ਪੰਜਾਬ ਸਰਕਾਰ ਵੀ ਉਹਨਾਂ ਤੋਂ ਕੁਝ ਸਬਕ ਸਿੱਖੇ, ਹੁਣ ਨਵੀਂ ਸਰਕਾਰ ਹੈ, ਓਪਨ ਹੋਣਾ ਚਾਹੀਦਾ ਇਹਨਾਂ ਨੂੰ ਸੁਜੈਸ਼ਨ ਤੇ ਤਾਂ ਜੋ ਪੰਜਾਬ ਵਿੱਚ ਵੀ ਹੁਣ ਸਾਰੇ ਦੁਨੀਆ ਭਰ ਵਿੱਚ ਪੰਜਾਬੀ ਨੇ, ਮਲਿਆਲੀਆਂ ਨਾਲੋਂ ਜ਼ਿਆਦਾ ਪੰਜਾਬੀ ਨੇ ਦੁਨੀਆ ਭਰ ਵਿੱਚ ਬੈਠੇ ਜਿਹੜੇ ਇਨਵੈਸਟ ਕਰ ਸਕਦੇ ਨੇ, ਦੇ ਵੈਰੀ ਵੈਲ ਆਫ ਔਰ ਉਹ ਕਰਨਾ ਵੀ ਚਾਹਣਗੇ ਵਾਪਸ ਇਨਵੈਸਟ ਪੰਜਾਬ ਵਿੱਚ। ਪਰ ਮੇਰਾ ਖਿਆਲ ਥੋੜੀ ਜਿਹੀ ਗਵਰਨਮੈਂਟ ਉਹਨਾਂ ਦਾ ਹੱਥ ਫੜੇ ਤਾਂ ਸ਼ਾਇਦ ਇਹ ਕੰਮ ਦਾ ਇਨਵੈਸਟਮੈਂਟ ਦਾ ਇਹ ਚੰਗੀ ਤਰੀਕੇ ਨਾਲ ਸ਼ੁਰੂ ਹੋ ਸਕਦਾ ਤੇ ਲੋਕਾਂ ਇੱਥੋਂ ਦੇ ਦੋਨਾਂ ਦੀ ਵਿਨ ਸਿਚੁਏਸ਼ਨ ਹੋ ਜਾਏਗੀ। NRI ਆਪਣਾ ਇਨਵੈਸਟ ਕਰ ਸਕਣਗੇ ਤੇ ਚੰਗਾ ਕਾਰੋਬਾਰ ਕਰ ਸਕਣਗੇ ਤੇ ਲੋਕਾਂ ਨੂੰ ਉੱਥੇ ਇੰਪਲੋਇਮੈਂਟ ਵੀ ਮਿਲੇਗੀ ਔਰ ਇੰਡਸਟਰੀ ਵੀ ਜਾਏਗੀ ਔਰ ਇਨਵੈਸਟਮੈਂਟ ਵੀ ਉੱਥੇ ਦੇ ਲੋਕਾਂ ਦੀ ਭਲਾਈ ਲਈ ਜਿਵੇਂ ਐਜੂਕੇਸ਼ਨ ਹੈ ਜਾਂ ਹੈਲਥ ਕੇਅਰ ਹੈ ਉਹਦੇ ਵਿੱਚ ਵੀ ਉਹਨਾਂ ਦਾ ਬਿਹਤਰੀ ਹੋਏਗੀ ਜੀ। ਔਰ ਪ੍ਰਭਜੋਤ ਜੀ ਥੈਂਕ ਯੂ ਸੋ ਮਚ, ਬਹੁਤ ਤੁਸੀਂ ਵਧੀਆ ਵੈਸੇ ਜਾਣਕਾਰੀ ਦੇ ਦਿੱਤੀ ਹੈ ਔਰ ਮੈਂ ਤੁਹਾਨੂੰ ਸਿਰਫ ਇੰਨਾ ਹੀ ਦੱਸਣਾ ਚਾਹੁੰਦਾ ਜੀ ਕਿ ਹਾਲਾਤ ਇਹ ਬਣ ਰਹੇ ਹੈ ਕਿ ਆਪਣੇ ਜਿਹੜੇ ਬੱਚੇ ਹੈ ਉਹ ਇੱਥੋਂ ਦੇ ਜੰਪਲ ਬੱਚੇ ਉਹ ਹੁਣ ਇੰਡੀਆ ਜਾਣ ਨੂੰ ਤਿਆਰ ਨਹੀਂ, ਉਹ ਅਵਾਇਡ ਕਰਦੇ ਇੰਡੀਆ ਜਾਣਾ। ਹਾਲਾਤ ਤੁਸੀਂ ਇਹ ਦੇਖੋ ਪ੍ਰਭਜੋਤ ਜੀ ਕਿ ਇੱਥੇ ਡਿਕਸੀ ਗੁਰਦੁਆਰੇ ਇੱਕ ਪਾਰਕ ਬਣਾਇਆ ਗਿਆ ਹੈ ਔਰ ਉਹ ਜਿਹੜਾ ਪਾਰਕ ਹੈ ਉਹਦਾ ਮਤਲਬ ਇਹ ਹੈ ਇੱਥੇ ਜਿਹੜੇ ਅਸਥੀਆਂ ਵਿਸਰਜਨ ਦਾ ਅਸਥੀਆਂ ਪ੍ਰਵਾਨ ਦਾ ਕੰਮ ਇੱਥੇ ਸ਼ੁਰੂ ਹੋਣ ਲੱਗ ਪਿਆ ਕਿਉਂਕਿ ਕਈ ਸਾਲ ਅਸਥੀਆਂ ਪਈਆਂ ਰਹਿੰਦੀਆਂ ਇੱਥੇ ਔਰ ਬੱਚੇ ਇੰਡੀਆ ਜਾਣਾ ਨਹੀਂ ਚਾਹੁੰਦੇ ਉੱਥੇ ਅਸਥੀਆਂ ਪ੍ਰਵਾਨ ਵਾਸਤੇ। ਉਹ ਜਾਂਦੇ ਆ ਤੇ ਉਹ ਇੰਨਾ ਬੈਡ ਐਕਸਪੀਰੀਅੰਸ ਲੈ ਕੇ ਆਉਂਦੇ ਆ ਤੇ ਜੇ ਬੱਚਿਆਂ ਨੇ ਅਗਲੀਆਂ ਪੀੜ੍ਹੀਆਂ ਨੇ ਪੰਜਾਬ ਜਾਣਾ ਬੰਦ ਕਰ ਦਿੱਤਾ, ਬਹੁਤ ਸਾਰੇ ਪਰਿਵਾਰਾਂ ਨੂੰ ਮੈਂ ਜਾਣਦਾ ਜਿਨ੍ਹਾਂ ਦੇ ਪੈਸੇ ਬੈਂਕਾਂ 'ਚ ਫਸੇ ਹੋਏ ਆ, ਮੈਂ ਉਹਨਾਂ ਦੀ ਹੈਲਪ ਕਰ ਰਿਹਾ ਇੱਥੇ ਲਗਾਤਾਰ। ਬੈਂਕਾਂ ਦੇ ਜਿਹੜੇ ਕਰਮਚਾਰੀ ਹੈ ਉਹਨਾਂ ਦਾ ਐਟੀਟਿਊਡ ਇਹ ਹੈ ਕਿ 5-10 ਲੱਖ ਰੁਪਈਆ ਅਗਰ ਪਿਆ ਹੈ, ਜ਼ਿਆਦਾ ਵੀ ਪਿਆ, ਉਹ ਚਾਹੁੰਦੇ ਆ ਕਿ ਭੁੱਲ ਜਾਣ ਕਿਸੇ ਨਾ ਕਿਸੇ ਤਰੀਕੇ ਨਾਲ। ਬੈਂਕ ਮੈਨੇਜਰਾਂ ਦਾ ਐਟੀਟਿਊਡ ਇਹ ਹੈ ਕਿ ਉਹ ਆਪਣੇ ਬੈਂਕਾਂ 'ਚੋਂ ਪੈਸਾ ਬਾਹਰ ਨਿਕਲ ਨਹੀਂ ਦੇਣਾ ਚਾਹੁੰਦੇ ਕਿਉਂਕਿ ਜੇ ਪੈਸਾ ਬਾਹਰ ਨਿਕਲ ਜਾਂਦਾ ਹੈ ਉਹ ਉਹਨਾਂ ਦੇ ਨੈਗੇਟਿਵਲੀ ਜਾਂਦਾ ਉਹਨਾਂ ਦੇ ਵਾਸਤੇ, ਉਹ ਡਿਸਕਰੇਜ ਕਰਦੇ ਆ। ਅੱਛਾ, ਬਜ਼ੁਰਗਾਂ ਨੂੰ ਹੁਣ ਚੇਤਾ ਭੁੱਲਣਾ ਸ਼ੁਰੂ ਹੋ ਗਿਆ ਹੈ ਕਿ ਕਿੱਥੇ ਐਫਡੀਆਂ ਪਈਆਂ, ਕਿਹੜੇ ਬੈਂਕਾਂ 'ਚ ਖਾਤਾ ਹੈ। ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਕਿ ਕਈ ਤੇ ਬੈਂਕ ਬੰਦ ਹੋ ਗਏ। ਦੇਨਾ ਬੈਂਕ ਦੇ ਵਿੱਚ ਇੱਕ ਕੇਸ ਹੈ, ਸਾਡੇ ਸਿੱਧੂ ਸਾਹਿਬ ਨੇ ਇੱਥੇ ਬਜ਼ੁਰਗ, ਉਹ ਬੈਂਕ ਦੀ ਬ੍ਰਾਂਚ ਹੀ ਬੰਦ ਹੋਇਆ ਕਈ ਸਾਲ ਹੋ ਗਏ। ਅਸੀਂ ਕਿੰਨਾ ਮੱਥਾ ਮਾਰ ਚੁੱਕੇ ਹਾਂ, ਉਹ ਮੈਨੇਜਰ ਕੋਈ ਰਾਹ ਨਹੀਂ ਦੇ ਰਹੇ, ਬੈਂਕ ਰਾਹ ਨਹੀਂ ਦੇ ਰਿਹਾ। ਮੇਰੇ ਕੋਲ ਇੱਥੇ ਬਜ਼ੁਰਗ ਆਉਂਦੇ ਨੇ ਜੀ, ਕਿਸੇ ਨੂੰ ਅਲਜ਼ਾਈਮਰ ਹੈ, ਉਹਨਾਂ ਨੂੰ ਆਪਣੀ ਜਾਇਦਾਦ ਵੀ ਭੁੱਲਦੀ ਜਾ ਰਹੀ ਹੈ। ਬੱਚਿਆਂ ਕੋਲ ਇੰਨਾ ਟਾਈਮ ਨਹੀਂ ਕਿ ਉਹ 5-7 10 15 20 ਲੱਖ ਰੁਪਈਆ ਅਗਰ ਪਿਆ ਤਾਂ ਉਹਦੀ ਖੋਜ ਪੜਤਾਲ ਲਈ ਉੱਥੇ ਜਾਣ। ਜ਼ਮੀਨਾਂ ਉੱਥੇ ਉਹਨਾਂ ਦੀਆਂ ਪਈਆਂ ਕਈ ਪਰਿਵਾਰਾਂ ਦੀਆਂ, ਉਹ ਜਾਣ ਨੂੰ ਤਿਆਰ ਨਹੀਂ। ਤਾਂ ਮਤਲਬ ਇਹ ਪੰਜਾਬ ਨਾਲ ਜਿਹੜੀ ਡਿਟੈਚਮੈਂਟ ਹੋ ਰਹੀ ਹੈ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਇੱਥੋਂ ਦੀਆਂ ਦੀ, ਇਹ ਬੜਾ ਹੀ ਇੱਕ ਚਿੰਤਾ ਦਾ ਰੁਝਾਨ ਹੈ। ਪਹਿਲਾਂ ਤੁਸੀਂ ਦੇਖਦੇ ਸੀ ਸ਼ਾਦੀਆਂ ਕਰਾਉਣ ਲਈ ਲੋਕ ਉੱਥੇ ਜਾਂਦੇ ਸੀ, ਧੋਖੇ ਹੋਣੇ ਸ਼ੁਰੂ ਹੋ ਗਏ, ਬੜੇ ਫਰਾਡ ਮੈਰਿਜਸ ਹੋਣ ਲੱਗ ਪਈਆਂ, ਉਹਨੂੰ ਅਬਿਊਜ਼ ਹੋਣ ਕੀਤਾ ਜਾਣ ਲੱਗ ਪਿਆ। ਹੁਣ 90% ਪਰਿਵਾਰਾਂ ਦੀ ਕੋਸ਼ਿਸ਼ ਹੈ ਵੀ ਲੜਕੀ ਇੱਥੇ ਲੱਭ ਲਓ, ਲੜਕਾ ਇੱਥੇ ਲੱਭ ਲਓ, ਉੱਥੇ ਜਾਓ ਹੀ ਨਾ। ਤੇ ਜੇ ਤੁਸੀਂ ਜਾਓਗੇ ਹੀ ਨਹੀਂ ਪੰਜਾਬ ਵਾਪਸ ਲੈ ਦੇ ਕੇ, ਬੰਦੇ ਦਾ ਇਹੀ ਹੁੰਦਾ ਕਿ ਚਲੋ ਜੀ ਅਸਥੀਆਂ ਪ੍ਰਵਾਨ ਚਲੇ ਗਏ, ਹੋਰ ਨਾ ਗਏ, ਉਹ ਵੀ ਬੰਦ ਹੋਣ ਲੱਗ ਪਿਆ। ਤੇ ਉੱਥੋਂ ਬੱਚੇ ਉਲਟਾ ਇੱਧਰ ਆਉਣ ਲੱਗ ਪਏ ਹੈ। ਇਹ ਉਲਟੀ ਜਿਹੜੀ ਕਹਿੰਦੇ ਨੇ ਜੀ ਗੰਗਾ ਬਹਿਣ ਲੱਗ ਪਈ ਹੈ। ਤਾਂ ਮੇਰਾ ਮਤਲਬ ਹੈ ਵੀ ਇਹਨੂੰ ਜੇ ਆਪਾਂ ਬਚਾਉਣਾ ਚਾਹੁੰਦੇ ਆ ਤੇ ਪੰਜਾਬ ਸਰਕਾਰ ਆਈ ਹੈ, ਬਹੁਤ ਚੰਗੇ ਇਰਾਦੇ ਨਾਲ ਆਈ ਹੈ, ਬੜੇ ਚੰਗੇ ਇਹਨਾਂ ਨੇ ਜੀ ਬਹੁਤ ਵੱਡੇ ਐਲਾਨ ਕੀਤੇ ਹੈ, ਕਰਪਸ਼ਨ ਖਤਮ ਕਰਾਂਗੇ, ਉਹਦੇ 'ਚ ਇੱਕ ਬੜਾ ਵੱਡਾ ਇੰਪੋਰਟ। ਔਰ ਭਗਵੰਤ ਮਾਨ ਹੋਰੀ ਇੱਥੇ ਬਹੁਤ ਵਾਰ ਆਏ ਹੈ, ਬਹੁਤ ਵਾਰ ਇੱਥੇ ਮੈਂ ਉਹਨਾਂ ਦੇ ਕਈ ਪ੍ਰੋਗਰਾਮ 1-2 ਕੰਡਕਟ ਕੀਤੇ ਖੁਦ, ਔਰ ਉਹਨਾਂ ਨੂੰ ਬੜੀ ਭਲੀ ਭਾਂਤ ਸਾਡੀ ਗੱਲਬਾਤ ਬਹੁਤ ਪਿੱਛੇ ਜੀ ਹੁੰਦੀ ਰਹਿੰਦੀ, ਹੁਣ ਤੇ ਨਹੀਂ ਹੋਈ 2-4-6 ਮਹੀਨਿਆਂ ਤੋਂ ਕਾਫੀ ਸਮਾਂ ਹੋ ਗਿਆ, ਪਰ ਰੈਗੂਲਰਲੀ। ਤਾਂ ਉਹਨਾਂ ਨੂੰ ਪਤਾ ਹੈ ਜੀ, ਉਹਨਾਂ ਨੂੰ ਭਲੀ ਭਾਂਤ ਪਤਾ ਹੈ ਇੱਥੋਂ ਦੇ ਸਿਸਟਮ ਦਾ, ਪੰਜਾਬੀਆਂ ਦਾ। ਉਹ ਸ਼ੋਅ ਕਰਨ ਵੀ ਆਉਂਦੇ ਰਹੇ ਇੱਥੇ ਬਹੁਤ ਸਾਰੇ ਵਿਦੇਸ਼ਾਂ 'ਚ। ਸੋ ਇਹ ਹੁਣ ਨਵੀਂ ਸਰਕਾਰ ਜਿਹੜੀ, ਅੱਜ ਮੇਰੀ 1-2 ਕਲਾਕਾਰਾਂ ਨਾਲ ਗੱਲ ਹੋਈ ਹੈ ਉੱਥੇ ਪੰਜਾਬ ਦੇ ਵਿੱਚ, ਕਰਮਜੀਤ ਅਨਮੋਲ ਨਾਲ ਮੇਰੀ ਕਾਫੀ ਲੰਬੀ ਗੱਲ ਹੋਈ ਹੈ ਪ੍ਰਭਜੋਤ ਜੀ, ਜਿਹੜੇ ਬੜੇ ਦੋਸਤ ਨੇ ਕਰੀਬ ਭਗਵੰਤ ਦੇ। ਉਹ ਸ਼ੂਟਿੰਗ ਕਰ ਰਹੇ ਸੀ, ਲੰਡਨ ਆਏ ਹੋਏ ਨੇ 4-5 ਦਿਨਾਂ ਲਈ। ਮੈਂ ਉਹਨਾਂ ਨੂੰ ਵੀ ਕਾਫੀ ਲੰਬੀ ਚੌੜੀ ਗੱਲ ਦੱਸੀ ਹੈ ਸਾਰੀ। ਮੈਂ ਕਿਹਾ ਵੀ ਤੁਸੀਂ
ਭਗਵੰਤ ਕੋਲ ਜਾਓ, ਉਹਨਾਂ ਨੂੰ ਦੱਸੋ ਸਾਰੀ ਗੱਲਬਾਤ, ਬੈਠ ਕੇ ਗੱਲ ਕਰੋ ਔਰ ਇਹਨੂੰ ਸੀਰੀਅਸ ਰੂਪ ਦਿਓ। ਅਦਰਵਾਈਜ਼ ਇਹ ਪੰਜਾਬ ਲਈ ਬਹੁਤ ਵੱਡਾ ਇੱਕ ਤਰ੍ਹਾਂ ਦਾ ਇਹ ਨੁਕਸਾਨ ਹੈ ਪੰਜਾਬ ਦਾ, ਜੇ ਡਿਟੈਚਮੈਂਟ ਪੰਜਾਬੀ ਲੋਕਾਂ ਦੀ ਪੰਜਾਬ ਤੋਂ ਜਿਹੜਾ ਮੋਹ ਭੰਗ ਹੋ ਚੁੱਕਾ ਹੈ, ਇਹਨੂੰ ਕਿਵੇਂ ਮੁੜ ਤੋਂ ਵਾਪਸ ਬਹਾਲ ਕਰੋ। ਤਾਂ ਉਮੀਦ ਹੈ ਕਿ ਇੱਕ ਨਵਾਂ ਇਹਦੇ ਤੇ ਜੋਸ਼ ਭਰਿਆ ਜਾਵੇ। ਜਿਸ ਤਰ੍ਹਾਂ ਹੁਣ ਤੁਸੀਂ ਗੱਲ ਕੀਤੀ ਹੈ ਕਿ ਉੱਥੇ ਜੀ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੈ ਉਹ ਇਸੇ ਕਰਕੇ ਬੰਦ ਪਿਆ, ਕੋਈ ਉਹਦੀ ਪੁੱਛਗਿੱਛ ਕਰਕੇ ਰਾਜੀ ਨਹੀਂ, ਕੋਈ ਇਨਵੈਸਟ ਨਹੀਂ ਕਰਨਾ ਚਾਹੁੰਦਾ। ਹੁਣ ਆਪਣੀ ਛੋਟੀ ਜਿਹੀ ਡਿਮਾਂਡ ਹੈ, ਕੋਈ ਵੱਡੀ ਡਿਮਾਂਡ ਨਹੀਂ ਹੈ ਕਿ ਅੰਮ੍ਰਿਤਸਰ ਨੂੰ ਡਾਇਰੈਕਟ ਫਲਾਈਟ ਸ਼ੁਰੂ ਹੋਣੀ ਚਾਹੀਦੀ ਹੈ, ਪਰ ਨਹੀਂ ਹੋ ਰਹੀ। ਫਲਾਈਟ ਸ਼ੁਰੂ ਹੋ ਜਾਏ, ਕਿੰਨਾ ਵੱਡਾ ਸੁੱਖ ਮਿਲ ਜਾਏ ਪੰਜਾਬੀਆਂ ਨੂੰ। ਔਰ ਬੜੀ ਵਧੀਆ ਫਲਾਈਟ ਚੱਲਦੀ ਰਹੀ, ਇੰਨੀ ਦੇਰ ਚੱਲੀ, ਕਾਮਯਾਬ ਸੀ, ਕਿਉਂ ਬੰਦ ਕਰ ਦਿੱਤੀ ਗਈ? ਤਾਂ ਇਹ ਸਾਰੀਆਂ ਗੱਲਾਂ ਮੁੜ ਤੋਂ ਮੇਰੇ ਖਿਆਲ ਹੁਣ ਦੁਬਾਰਾ ਤੋਂ ਇਹਨਾਂ ਨੂੰ ਰੀਥਿੰਕ ਜਾਂ ਰੀਇਨੀਸ਼ੀਏਟ ਕਰਨ ਦੀ ਲੋੜ ਹੈ। ਜੀ ਬਿਲਕੁਲ ਬਿਲਕੁਲ। ਮੈਂ ਤੁਹਾਨੂੰ ਥੋੜੀ ਜਿਹੀ ਗੱਲ ਦੱਸਣੀ ਚਾਹੁੰਦਾ, ਜੇ ਤੁਸੀਂ ਫਲਾਈਟਾਂ ਦੀ ਗੱਲ ਕੀਤੀ ਹੈ ਤਾਂ ਹੁਣ ਜਦੋਂ ਕਿਉਂਕਿ ਟਾਟਾ ਨੇ 에ਅਰ ਇੰਡੀਆ ਨੂੰ ਟੇਕ ਓਵਰ ਕਰ ਲਿਆ ਵਾਪਸ ਜਨਵਰੀ ਵਿੱਚ, ਸੋ ਉਹਨਾਂ ਦੀ ਪਲਾਨ ਹੈ ਮੇਰਾ ਖਿਆਲ ਕਿ ਚੰਡੀਗੜ੍ਹ ਤੇ ਅੰਮ੍ਰਿਤਸਰ ਤੋਂ ਡਾਇਰੈਕਟ ਫਲਾਈਟਾਂ ਲੰਡਨ ਤੇ ਟੋਰਾਂਟੋ ਔਰ ਵੈਨਕੂਵਰ ਦੀਆਂ ਲੱਗਣਗੀਆਂ। ਮੇਰਾ ਖਿਆਲ ਹੈ ਅਕਤੂਬਰ ਨਵੰਬਰ ਤੱਕ ਸ਼ਾਇਦ ਇਹ ਪੋਸੀਬਲ ਹੋ ਜਾਵੇਗਾ। ਜੇ ਕਨੈਕਟੀਵਿਟੀ ਸਾਡੀ ਦੁਬਾਰਾ ਬਣ ਜਾਂਦੀ ਹੈ ਤਾਂ ਉਹਦੇ ਨਾਲ ਬੜਾ ਫਰਕ ਪਏਗਾ। ਤੇ ਦੇਖੋ ਬੇਸ਼ੱਕ ਲੋਕਾਂ ਦਾ ਆਪਣੇ ਉਸ ਤਰ੍ਹਾਂ ਦਾ ਮੋਹ ਭੰਗ ਹੋ ਰਿਹਾ ਪੰਜਾਬ ਨਾਲੋਂ ਕਿ ਨਹੀਂ ਜਾਣਾ, ਪੰਜਾਬ ਕੀ ਪਿਆ ਉੱਥੇ, ਉੱਥੇ ਐਵੇਂ ਵੱਧ ਕੁਆਰੀ ਹੁੰਦੀ ਹੈ ਔਰ ਬੁਰਾਈਆਂ ਹੁੰਦੀਆਂ ਨੇ, ਲੜਾਈ ਝਗੜੇ ਹੋ ਜਾਂਦੇ ਨੇ। ਔਰ ਪਰ ਜਿਹੜੇ 2-3 ਨਾਤੇ ਏਦਾਂ ਦੇ ਨੇ ਜਿਹਦੇ ਨਾਲ ਪੰਜਾਬ ਨਾਲ ਲੋਕ ਟੁੱਟ ਨਹੀਂ ਸਕਦੇ। ਇੱਕ ਤਾਂ ਜਿਹੜੇ ਸਾਡੇ ਧਾਰਮਿਕ ਸਥਾਨ ਨੇ, ਹਰਿਮੰਦਰ ਸਾਹਿਬ ਜਾਣਾ ਆ, ਉਹ ਲੋਕ ਮੰਗਦੇ ਨੇ ਕਿ ਇੱਕ ਵਾਰੀ ਹਰਿਮੰਦਰ ਸਾਹਿਬ ਜਾਂ ਹੋਰ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਉਹਨਾਂ ਦੀ ਯਾਤਰਾ ਕੀਤੀ ਜਾਵੇ। ਸੋ ਧਰਮ ਇੱਕ ਬਹੁਤ ਵੱਡਾ ਫੈਕਟਰ ਹੈ। ਸੋ ਉਹਦੇ ਵਿੱਚ ਵੀ ਜੇ ਇਨਵੈਸਟਮੈਂਟ ਕੀਤੀ ਜਾਵੇ ਕਿ ਜਿਹੜੀ ਪਿਲਗ੍ਰਿਮੇਜ ਟੂਰਿਜ਼ਮ ਹੈ ਉਹ ਇੱਕ ਬੜਾ ਵੱਡਾ ਸੈਕਟਰ ਹੈ, ਜਿਹੜੇ ਇੱਥੋਂ ਲੋਕ ਜਾਣ, ਇੱਥੋਂ ਦੇ ਪੂਰੇ ਕਨੈਕਟਡ ਟੂਰ ਨਾਲ ਜਾਣ, ਆਪਣੇ ਸਾਰੇ ਗੁਰਦੁਆਰੇ ਧਾਮਾਂ ਦੀ ਯਾਤਰਾ ਕਰਕੇ ਵਾਪਸ ਆ ਜਾਣ, ਤੇ ਉਹਦੇ ਵਿੱਚ NRI ਆਪਣੇ ਲੋਕਲ ਉੱਥੇ ਜਿਹੜੇ ਪਾਰਟਨਰ ਨਾਲ ਮਿਲ ਕੇ ਇੱਕ ਵਧੀਆ ਕੰਮ ਕਰ ਸਕਦੇ ਨੇ, ਜਿਹਦੇ ਚੰਗੀਆਂ ਬੱਸਾਂ ਪਾ ਕੇ ਚੰਗੇ ਹੋਟਲਾਂ ਵਿੱਚ ਬੁਕਿੰਗ ਕਰਕੇ ਆਪਣੇ ਹੋਟਲ ਬਣਾ ਕੇ ਉੱਥੇ ਇਹਨਾਂ ਨੂੰ ਰੱਖਿਆ ਜਾਵੇ, ਉੱਥੇ ਘੁਮਾ ਫਿਰਾ ਕੇ ਵਾਪਸ ਲਿਆਂਦਾ ਜਾਵੇ। ਸੋ ਕਈ ਸਾਰੇ ਸੈਕਟਰ ਏਦਾਂ ਦੇ ਨੇ ਜਿਹਦੇ ਸਿਰਫ ਗਵਰਨਮੈਂਟ ਦੀ ਥੋੜੀ ਜੀ ਇੱਕ ਬੈਕ ਚਾਹੀਦੀ ਹੈ, ਪਿੱਠ ਤੇ ਥਾਪੜਾ ਚਾਹੀਦਾ ਕਿ ਤੁਹਾਡੀ ਇਨਵੈਸਟਮੈਂਟ ਸੇਫ ਹੈ, ਤੁਸੀਂ ਕਰੋ। ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਏਰੀਆਜ਼ ਨੇ ਜਿਹਦੇ ਵਿੱਚ ਲੋਕ ਇਨਵੈਸਟ ਕਰ ਸਕਦੇ ਨੇ ਔਰ ਰਿਸ਼ਤਾ ਜਿਹੜਾ ਹੈ ਪੰਜਾਬ ਨਾਲ ਉਹ ਬਣਿਆ ਰਹੇਗਾ। ਬਿਲਕੁਲ ਠੀਕ ਹੈ, ਥੈਂਕ ਯੂ ਜੀ। ਔਰ ਪ੍ਰਭਜੋਤ ਜੀ ਜਾਂਦੇ ਜਾਂਦੇ ਕੁਇਕਲੀ 1-2 ਮਿੰਟ ਹੁਣ ਕੋਈ ਸਮਾਂ ਥੋੜਾ, ਪਰ ਇਹ ਦੱਸੋ ਤੁਹਾਡਾ ਆਰਟੀਕਲ ਵੀ ਮੈਂ ਪੜ੍ਹਿਆ ਹੈ, ਇਹ ਜਿਹੜਾ ਰਾਜ ਸਭਾ ਦੇ ਮੈਂਬਰ ਚੁਣੇ ਗਏ ਆ 5 ਔਰ ਅੱਜ ਉਹਨਾਂ ਨੇ 5 ਚੁਣ ਵੀ ਲਏ ਗਏ ਆ, ਕਿਉਂਕਿ ਚੁਣੇ ਲਏ ਜਾਣੇ ਸੀ ਕਿਉਂਕਿ 92 ਸੀਟਾਂ ਜਿੱਤੀਆਂ ਤੇ ਇਹਨਾਂ ਦੇ ਕੋਲ ਪੂਰੀ ਤਾਕਤ ਸੀ ਇਹ ਬੰਦਿਆਂ ਨੂੰ ਜਿਤਾਉਣ ਦੀ। ਪਰ ਮੇਰੀ ਇੱਕ ਦਿਨ ਮਿਸਟਰ ਖਹਿਰਾ ਨਾਲ ਗੱਲ ਹੋ ਰਹੀ ਸੀ, ਸੁਖਪਾਲ ਖਹਿਰਾ ਨਾਲ, ਉਹਨਾਂ ਨੇ ਤਾਂ ਖੈਰ ਇਹ ਵੀ ਦੋਸ਼ ਲਾਇਆ ਕਿ ਪੈਸੇ ਦਾ ਵੱਡਾ ਲੈਣ ਦੇਣ ਹੋਇਆ ਹੈ, ਹਾਲਾਂਕਿ ਕੋਈ ਦਾ ਸਬੂਤ ਤੇ ਨਹੀਂ ਹੈ ਕਿਸੇ ਕੋਲ ਵੀ, ਪਰ ਉਹਨਾਂ ਦਾ ਇਹ ਵਾਜਬ ਪੁਆਇੰਟ ਸੀ ਕਿ ਜਿਹੜੇ 4 ਬੰਦੇ ਜਿਹੜੇ ਨੌਨ ਪੰਜਾਬੀ ਨੇ ਇੱਕ ਤਰ੍ਹਾਂ ਦੇ, ਮਤਲਬ ਉਹਨਾਂ ਦਾ ਕੀ ਯੋਗਦਾਨ ਹੈ। ਕੁਝ ਬੰਦੇ ਬਾਹਰੋਂ ਦਿੱਲੀ ਤੋਂ ਨੇ, ਇਹਨਾਂ ਦਾ ਪੰਜਾਬ ਦੇ ਵਿੱਚ ਵਿਕਾਸ ਵਿੱਚ ਕੀ ਇਹਨਾਂ ਦਾ ਯੋਗਦਾਨ ਹੈ, ਕੀ ਰੋਲ ਹੈ। तो और अमीर बंदे ने, धनाड़ बंदे ने, खास बंदे ने, आम बंदे नहीं। तो मेरा मतलब वही है कि ਜਿਹੜੀਆਂ ਗਲਤੀਆਂ ਜਿਹੜੀਆਂ ਪੰਜਾਬ 'ਚ ਨਹੀਂ ਸੀ ਕਰਨੀਆਂ ਚਾਹੀਦੀਆਂ ਆਮ ਆਦਮੀ ਪਾਰਟੀ ਨੂੰ, ਉਹ ਸ਼ੁਰੂ ਹੋ ਗਈਆਂ ਜੀ। ਦੇਖੋ ਮੈਂ ਇਸ ਗੱਲ ਤੇ ਬੜਾ ਸਪਸ਼ਟ ਹਾਂ। ਦੇਖੋ ਇਹ ਇਹਨਾਂ ਨੇ ਜਿਹੜੇ ਬਾਹਰਲੇ ਬੰਦੇ ਲਿਆਂਦੇ ਨੇ ਇਹ ਬਹੁਤ ਗਲਤ ਹੈ, ਬਿਕਾਜ਼ ਜਿਹੜਾ ਹਾਊਸ ਹੈ ਰਾਜ ਸਭਾ, ਇਹਨੂੰ ਕਹਿੰਦੇ ਹਾਊਸ ਆਫ ਐਲਡਰਸ, ਇਹ ਸਿਆਣੇ ਲੋਕਾਂ ਦਾ ਦਫ਼ਤਰ ਹੁੰਦਾ ਹੈ, ਪਾਰਲੀਮੈਂਟ ਹੁੰਦੀ ਹੈ, ਜਿਹੜੇ ਲੋਕ ਸਭਾ 'ਚ ਮਤੇ ਪਾਸ ਕੀਤੇ ਜਾਂਦੇ ਨੇ ਉਹਨਾਂ ਦੇ ਵਿਚਾਰ ਵਟਾਂਦਰਾ ਕਰਕੇ ਤਾਂ ਜੋ ਗਲਤ ਮਤੇ ਆਉਂਦੇ ਉਹਨਾਂ ਦੇ ਵਾਪਸ ਉਹਨਾਂ ਨੂੰ ਵਾਪਸ ਭੇਜਿਆ ਜਾਂਦਾ ਹੈ ਕਿ ਅਸੀਂ ਨਹੀਂ ਪਾਸ ਕਰਦੇ। ਇਹਦੇ ਵਿੱਚ ਇਹ ਹੁਣ ਤਾਈਆਂ ਨੇ। ਸੋ ਇੱਕ ਬੜਾ ਸੁਲਝਿਆ ਹੋਇਆ ਗਰੁੱਪ ਉਹਦੇ ਵਿੱਚ ਨੋਮੀਨੇਟ ਕੀਤਾ ਜਾਂਦਾ, ਲੇਕਿਨ ਕਿਉਂਕਿ ਜਿਹੜੇ ਬੰਦੇ ਪੰਜਾਬ ਦੇ ਹਨਗੇ ਹੀ ਨਹੀਂ, ਜਿਵੇਂ ਮਿਸਟਰ ਪਾਠਕ ਨੇ ਤੇ ਜਾਂ ਜਿਹੜਾ ਰਾਘਵ ਚੱਡਾ, ਇਹ ਤਾਂ ਦਿੱਲੀ ਦੇ ਨੇ ਤੇ ਬਾਹਰ ਦੇ ਨੇ, ਇਹਨਾਂ ਨੂੰ ਪੰਜਾਬ ਵੱਲੋਂ ਨੁਮਾਇੰਦਗੀ ਦੇਣੀ, ਇਹਨਾਂ ਨੂੰ ਪੰਜਾਬ ਦੇ ਮੁੱਦਿਆਂ ਦਾ ਕੀ ਪਤਾ, ਪੰਜਾਬ ਦੇ ਲੋਕਾਂ ਦੀਆਂ। ਔਰ ਅਨਫੋਰਚੂਨੇਟਲੀ ਜਿਹੜੀਆਂ ਸਾਡੀਆਂ ਕਨਵੈਨਸ਼ਨਲ ਤੇ ਟ੍ਰੈਡੀਸ਼ਨਲ ਪਾਰਟੀਆਂ ਨੇ ਉਹ ਵੀ ਲੋਕਾਂ ਨੂੰ ਨੋਮੀਨੇਟ ਕਰਦੀਆਂ ਰਹੀਆਂ ਨੇ। ਜੇ ਤੁਸੀਂ ਇਤਿਹਾਸ ਫੋਲੋ, ਸਾਰਾ ਪਾਰਲੀਮੈਂਟ ਦਾ ਰਿਕਾਰਡ ਦੇਖੋ, ਤੇ ਜਿਹੜੇ ਸਾਡੇ MP ਹਾਲੇ ਤੱਕ ਬਣੇ ਵੀ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ, ਬੇਸ਼ੱਕ ਅਸੀਂ ਪ੍ਰਾਈਮ ਮਿਨਿਸਟਰ ਇੰਦਰ ਕੁਮਾਰ ਗੁਜਰਾਲ ਵੀ ਭੇਜੇ ਨੇ ਤੇ ਬਹੁਤ ਸਾਰੇ ਡਿਫੈਂਸ ਮਿਨਿਸਟਰ, ਰੇਲਵੇ ਮਿਨਿਸਟਰ, ਹੋਮ ਮਿਨਿਸਟਰ, ਐਗਰੀਕਲਚਰ ਮਿਨਿਸਟਰ ਸਾਰੇ ਬਣੇ ਨੇ ਪੰਜਾਬ ਤੋਂ, ਲੇਕਿਨ ਪੰਜਾਬ ਦਾ ਕਿਸੇ ਨੇ ਉੱਥੇ ਹੱਕ ਨਹੀਂ ਪੂਰਾ ਕੀਤਾ, ਕਿਸੇ ਨੇ ਪੰਜਾਬ ਦੇ ਹੱਕ ਲਈ ਹਾਰ ਨਾਰਾ ਨਹੀਂ ਮਾਰਿਆ। ਪੰਜਾਬ ਦੇ ਜਿਹੜੇ ਡਿਮਾਂਡਾਂ ਨੇ ਉਹ ਸਾਰੀਆਂ ਉਦਾਂ ਹੀ ਪਈਆਂ ਨੇ।
ਐਵੇਂ ਕਾਸਮੈਟਿਕ ਜੀ ਕਦੇ ਕਦੇ ਗੱਲਾਂ ਕਰ ਲਿਆ ਜੀ, ਅੰਮ੍ਰਿਤਸਰ ਤੋਂ ਫਲਾਈਟ ਲਾ ਦਿਓ ਜੀ, ਜਾਂ ਕਿਸਾਨਾਂ ਨੂੰ ਜੀ ਯੂਰੀਆ ਨਹੀਂ ਮਿਲ ਰਿਹਾ ਜੀ, ਉਹ ਯੂਰੀਆ ਮਿਲਣਾ ਚਾਹੀਦਾ ਜੀ, ਆ ਜਿਹੜੇ ਬੇਸਿਕ ਮੁੱਦੇ ਨੇ, ਇੱਕ ਚੰਡੀਗੜ੍ਹ ਰਾਜਧਾਨੀ ਦੇਣੀ, ਪੰਜਾਬੀ ਸਪੀਕਿੰਗ ਏਰੀਆ ਦੇਣੇ, ਪੰਜਾਬ ਦਾ ਪਾਣੀਆਂ ਦਾ ਫੈਸਲਾ ਕਰਨਾ, ਪੰਜਾਬ ਦੀ ਯੂਨੀਵਰਸਿਟੀ ਖੋਣੀ, ਪੰਜਾਬ ਦੀ ਪੀਜੀਆਈ ਖੋਣੀ, ਹੋਰ ਸਾਰੀ ਇੰਸਟੀਟਿਊਸ਼ਨਾਂ ਜਿਹੜੀਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ, ਇਹ ਸਾਰੇ ਪੰਜਾਬ ਤੋਂ ਲੈ ਗਏ ਨੇ। ਇਹਨਾਂ ਦੀ ਵਾਪਸੀ ਦੀ ਕੋਸ਼ਿਸ਼ ਕਦੇ ਸਾਡੇ ਐਮਪੀਐਸ ਨੇ ਨਹੀਂ ਕੀਤੀ ਸੀਰੀਅਸਲੀ। ਜੇ ਤੁਸੀਂ ਸਾਰਾ ਰਿਕਾਰਡ ਵੀ ਦੇਖ ਲਓ, ਈਵਨ ਜਦੋਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੋਂ ਰੇਲ ਲਿੰਕ ਬਣਨਾ ਸੀ, ਮੈਂ ਇੱਕ ਸਰਵੇ ਕੀਤਾ, ਉਹਦੇ ਵਿੱਚ ਸ਼ਾਇਦ ਹੀ ਕਿਸੇ ਐਮਪੀ ਨੇ ਕਦੇ ਕਦੇ ਮਾੜਾ ਇਸ਼ੂ ਰੇਜ਼ ਕੀਤਾ ਹੋਵੇ, ਨਹੀਂ ਤਾਂ ਕਦੇ ਇਸ਼ੂ ਹੀ ਰੇਜ਼ ਕੀਤਾ ਕਿ 15 ਸਾਲ ਤੋਂ ਪੈਂਡਿੰਗ ਕਿਉਂ ਪਿਆ ਰਿਹਾ, ਫਿਰ ਬਾਅਦ ਚ ਕੰਪਲੀਟ ਹੋ ਗਿਆ। ਲੇਕਿਨ ਸਾਡੇ ਐਮਪੀ ਜਿਹੜੇ ਪਹਿਲਾਂ ਵੀ ਜਾਂਦੇ ਰਹੇ ਨੇ, ਬੇਸ਼ੱਕ ਉਹ ਪੰਜਾਬ ਦੇ ਵੀ ਸਨ, ਲੇਕਿਨ ਉਹਨਾਂ ਨੇ ਕਦੇ ਪੰਜਾਬ ਦਾ ਹੱਕ ਨਹੀਂ ਪੂਰਿਆ। ਸੋ ਇਹ ਤਾਂ ਕੋਈ ਵੀ ਨਹੀਂ ਕਹੇਗਾ ਕਿ ਬਾਹਰਲਿਆਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਜਾਵੇ, ਕਮ ਸੇ ਕਮ ਪੰਜਾਬ ਦੇ ਉਹਨਾਂ ਲੋਕਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਜਾਵੇ ਰਾਜ ਸਭਾ ਵਿੱਚ, ਜਿਹੜੇ ਪੰਜਾਬ ਦੇ ਲਈ, ਪੰਜਾਬ ਦੇ ਮੰਗਾਂ ਦੇ ਲਈ, ਪੰਜਾਬ ਦੇ ਆਰਥਿਕ ਸਥਿਤੀ ਲਈ, ਪੰਜਾਬ ਦੇ ਬੱਚਿਆਂ ਲਈ ਔਰ ਪੰਜਾਬ ਦੇ ਓਵਰਆਲ ਐਗਰੀਕਲਚਰ ਦੇ ਭਲਾਈ ਲਈ ਕੰਮ ਕਰ ਸਕਣ, ਉਹਦੇ ਲਈ ਉੱਥੇ ਜਾ ਕੇ ਹਾਂ ਦਾ ਨਾਰਾ ਮਾਰ ਸਕਣ। ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਦੇਣੀ ਚਾਹੀਦੀ, ਨਾ ਕਿ ਜਿਵੇਂ ਸੁਖਪਾਲ ਖਹਿਰਾ ਦਾ ਐਲੀਗੇਸ਼ਨ ਹੈ ਕਿ ਪੈਸੇ ਦੀ ਲੈਣ ਦੇਣ ਵੀ ਹੋਈ ਹੈ, ਜਾਂ ਹੋਰ ਇਨਫਲੂਐਂਸ ਜਾਂ ਹੋਰ ਫੈਕਟਰਸ ਕੰਮ ਕੀਤੇ ਆ। ਸੋ ਆਪ ਆਦਮੀ ਤੋਂ ਇਹ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ ਕਿ ਉਹ ਇਸ ਤਰ੍ਹਾਂ ਦੇ ਕੰਮ ਕਰੇ, ਸਗੋਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਪਸ਼ਟ ਹੋ ਕੇ ਚੰਗੇ ਬੰਦਿਆਂ ਨੂੰ, ਸਿਆਣੇ ਬੰਦਿਆਂ ਨੂੰ, ਜਿਨ੍ਹਾਂ ਨੂੰ ਵਾਕਈ ਅਸੀਂ ਐਲਡਰ ਕਹਿ ਸਕੀਏ ਔਰ ਜਿਹੜਾ ਪੰਜਾਬ ਦਾ ਪੱਖ ਚੰਗੀ ਤਰ੍ਹਾਂ ਰੱਖ ਸਕਣ, ਉਹਨਾਂ ਨੂੰ ਹੀ, ਜਿਹੜੇ 2 ਸੀਟਾਂ ਬਾਕੀ ਬਚੀਆਂ ਨੇ, ਕਮ ਸੇ ਕਮ ਉਹਨਾਂ ਵਿੱਚ ਤਾਂ ਪੰਜਾਬ ਦੀ ਪੂਰੀ ਨੁਮਾਇੰਦਗੀ ਦੇਣ। ਬਹੁਤ ਬਹੁਤ ਸ਼ੁਕਰੀਆ ਪ੍ਰਭਜੋਤ ਜੀ। ਔਰ ਤੁਸੀਂ ਠੀਕ ਕਿਹਾ ਕਿ ਅਸਲ ਦੇ ਵਿੱਚ ਜਿਹੜੀ ਰਾਜ ਸਭਾ ਹੈ ਇੱਕ ਬੈਕਡੋਰ ਐਂਟਰੀ ਆ ਪਾਰਲੀਮੈਂਟ ਦੇ ਵਿੱਚ। ਜਿਹੜੇ ਲੋਕ ਹਾਰ ਜਾਂਦੇ ਆ, ਜਿਹੜੇ ਲੋਕ ਨਹੀਂ ਜਿੱਤ ਪਾਉਂਦੇ ਲੋਕ ਸਭਾ ਦੇ ਇਲੈਕਸ਼ਨ ਜਾਂ ਇਲੈਕਸ਼ਨ ਲੜ ਨਹੀਂ ਸਕਦੇ, ਉਹਨਾਂ ਨੂੰ ਜੇ ਭੇਜਣਾ ਹੈ ਪਾਰਲੀਮੈਂਟ ਦੇ ਵਿੱਚ, ਤੇ ਇਹ ਪਾਰਟੀਆਂ ਆਪਣੀ ਜਿਹੜੀ ਅਸੈਂਬਲੀ ਦੇ ਵਿੱਚ ਜਿਹੜੀ ਉਹਨਾਂ ਦੇ ਕੋਲ ਤਾਕਤ ਹੈ ਉਸ ਦਾ ਇਹ ਦੁਰਉਪਯੋਗ ਕਰਦੀਆਂ ਰਹੀਆਂ। ਅਸੀਂ ਇਹ ਵੀ ਦੇਖਿਆ ਕਿ ਜ਼ੀ ਦੇ ਜਿਹੜੇ ਮਾਲਕ ਨੇ ਉਹ ਕਿਵੇਂ ਰਾਜ ਸਭਾ ਦੇ ਮੈਂਬਰ ਬਣੇ। ਅਸੀਂ ਇਹ ਵੀ ਦੇਖਿਆ ਕਿ ਵਿਜੇ ਮਾਲਿਆ ਵਰਗੇ ਬੰਦੇ ਵੀ ਕਿਸ ਤਰ੍ਹਾਂ ਰਾਜ ਸਭਾ 'ਚ ਪਹੁੰਚੇ। ਤਾਂ ਕਦੀ ਪੈਸਾ ਕੁਛ ਨਾ ਕੁਛ ਜ਼ਰੂਰ ਹੈ ਐਸਾ ਜਿਹੜਾ ਚੱਲਦਾ ਰਹਿੰਦਾ ਹੈ। ਔਰ ਆਮ ਆਦਮੀ ਪਾਰਟੀ ਤੋਂ ਕਮ ਸੇ ਕਮ ਇਹ ਉਮੀਦ ਨਹੀਂ ਸੀ। ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨੇ, ਬੜੇ ਵੱਡੇ ਬੁੱਧੀਜੀਵੀ ਨੇ ਪੰਜਾਬ ਦੇ, ਜਿਹੜੇ ਬੜੇ ਹੀ ਐਜੂਕੇਟਿਡ ਲੋਕ ਨੇ, ਜਿਹੜੇ ਪੰਜਾਬ ਦੀਆਂ ਸਮੱਸਿਆਵਾਂ ਦੇ ਬਾਰੇ ਲੜਦੇ ਆ ਰਹੇ ਆ, ਭਲੀ ਭਾਂਤ ਜਾਣੂ ਨੇ, ਉਹਨਾਂ ਦਾ ਬੜਾ ਨਾਮ ਹੈ, ਰਿਸਪੈਕਟ ਹੈ, ਨੋਨ ਜਿਹੜੇ ਚਿਹਰੇ ਨੇ, ਨੋਨ ਲੋਕ ਨੇ। ਅਫਸੋਸ ਹੈ ਕਿ ਉਹਨਾਂ ਨੂੰ ਉੱਥੇ ਜਿਹੜਾ ਉਹਨਾਂ ਨੂੰ ਭੇਜਣ ਦੀ ਬਜਾਏ ਐਸੇ ਲੋਕਾਂ ਨੂੰ ਜਿਹੜਾ ਪਰਸਨਲ, ਜੇ ਕਿਸੇ ਨੇ ਆਮ ਆਦਮੀ ਪਾਰਟੀ ਲਈ ਜੀ ਕੰਮ ਕੀਤਾ ਜੀ ਗ੍ਰਾਸ ਰੂਟ ਲੈਵਲ ਤੇ ਜੀ, ਬੜਾ ਇਹਨਾਂ ਨੇ ਜੀ ਕੰਪਿਊਟਰਾਈਜ਼ ਕਰਤਾ ਸਿਸਟਮ ਫਲਾਣਾ, ਉਹ ਤੇ ਦੈਟਸ ਫਾਈਨ, ਪਰ ਉਹਦਾ ਤੁਸੀਂ ਮੁਆਵਜ਼ਾ ਦਿਓਗੇ, ਉਹਦਾ ਹੁਣ ਤੁਸੀਂ ਮੁੱਲ ਉਤਾਰੋਗੇ, ਇਹ ਆਪਣੇ ਆਪ 'ਚ ਇੱਕ ਬੜਾ ਵੱਡਾ ਸਵਾਲ ਹੈ। ਤੋ ਹਾਂਜੀ, ਥੈਂਕ ਯੂ ਸਰ, ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ। ਔਰ ਮੋਸਟ ਵੈਲਕਮ ਜੀ, ਮੋਸਟ ਵੈਲਕਮ। ਥੈਂਕ ਯੂ ਸਰ, ਆਲਵੇਜ਼ ਵੈਲਕਮ। ਥੈਂਕ ਯੂ ਸੋ ਮਚ। all the best, all the best. Thank you sir.